ਮੁੱਖ ਮੰਤਰੀ ਨੇ ਫੋਨ ਤੇ ਵੀ ਗੱਲਬਾਤ ਜਿਹੜੀ ਹੈ ਉਹ ਵੀਸੀ ਦੇ ਨਾਲ ਕੀਤੀ ਸੀਗੀ, ਵਾਈਸ ਚਾਂਸਲਰ ਨਾਲ ਗੱਲਬਾਤ ਵੀ ਕੀਤੀ ਡਾਕਟਰ ਰਾਜ ਬਹਾਦੁਰ ਹੋਰਾਂ ਨਾਲ, ਔਰ ਇੱਥੋਂ ਤੱਕ ਕਿਹਾ ਸੀਗਾ ਕਿ ਡਾਕਟਰ ਰਾਜ ਬਹਾਦੁਰ ਇੱਕ ਚੰਗੇ ਡਾਕਟਰ ਨੇ, ਉਹਨਾਂ ਨੇ ਪੰਜਾਬ ਦੇ ਲਈ ਇੱਕ ਚੰਗੀ ਸਰਵਿਸਿਜ਼ ਦਿੱਤੀਆਂ ਨੇ। ਲੇਕਿਨ ਹੁਣ ਜਦੋਂ ਇਹ ਪੂਰੇ ਘਟਨਾਕ੍ਰਮ ਨੂੰ ਦੇਖਣ ਤੋਂ ਬਾਅਦ ਮੁੱਖ ਮੰਤਰੀ ਨੇ ਡਾਕਟਰ ਰਾਜ ਬਹਾਦੁਰ ਹੋਰਾਂ ਦਾ ਅਸਤੀਫਾ ਮਨਜ਼ੂਰ ਕਰਕੇ ਰਾਜਪਾਲ ਨੂੰ ਭੇਜ ਦਿੱਤਾ ਹੈ। ਪੰਕਜ ਨਾਲ ਇੱਕ ਹੋਰ ਵੀ ਸਵਾਲ ਖੜਾ ਹੁੰਦਾ, ਜਦੋਂ ਪੂਰਾ ਘਟਨਾਕ੍ਰਮ ਆਉਂਦਾ ਹੈ ਉਦੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦਾ ਬਿਆਨ ਵੀ ਸਾਹਮਣੇ ਆਉਂਦਾ। ਸਿੱਧੇ ਤੌਰ ਤੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਡਾਕਟਰ ਰਾਜ ਬਹਾਦਰ ਦੇ ਹੱਕ ਦੇ ਵਿੱਚ ਨਿੱਤਰਦੇ ਨੇ, ਔਰ ਸਿਹਤ ਮੰਤਰੀ ਦੇ ਵਤੀਰੇ ਨੂੰ ਲੈ ਕੇ ਉਹਨਾਂ ਵੱਲੋਂ ਸਵਾਲ ਖੜਾ ਕੀਤਾ ਜਾਂਦਾ ਹੈ। ਫਿਰ ਸੀਐਮ ਮਾਨ ਇਹ ਵੀ ਕਹਿੰਦੇ ਨੇ ਕਿ ਉਹਨਾਂ ਦਾ ਬਹੁਤ ਪੁਰਾਣਾ ਨਾਤਾ ਹੈ ਡਾਕਟਰ ਰਾਜ ਬਹਾਦਰ ਨਾਲ, ਚੰਗੇ ਦੋਸਤ ਨੇ। ਫਿਰ ਕੀ ਵਜ੍ਹਾ ਕਹੀ ਜਾ ਸਕਦੀ ਹੈ? ਕਿਤੇ ਨਾ ਕਿਤੇ ਪ੍ਰੈਸ਼ਰ ਇਸ ਪਾਸੇ ਜ਼ਿਆਦਾ ਹੋਇਆ ਕਿ ਮੰਤਰੀ ਦੇ ਨਾਲ ਖੜਨਾ ਚਾਹੀਦਾ ਹੈ, ਇਹ ਸੰਕੇਤ ਦੇਣਾ ਚਾਹੀਦਾ ਹੈ, ਕਿਉਂਕਿ ਜੇ ਇਹ ਸੰਕੇਤ ਨਹੀਂ ਦਿੱਤਾ ਜਾਂਦਾ ਤਾਂ ਕਿਤੇ ਨਾ ਕਿਤੇ ਇੱਕ ਸਰਕਾਰ ਕਮਜ਼ੋਰ ਨਜ਼ਰ ਆਉਂਦੀ ਹੈ। ਦੇਖੋ, ਇਸ ਘਟਨਾਕ੍ਰਮ ਤੋਂ ਬਾਅਦ ਮੁੱਖ ਮੰਤਰੀ ਨੇ ਪੂਰੇ ਮਾਮਲੇ ਨੂੰ ਬੜੀ ਗੰਭੀਰਤਾ ਦੇ ਨਾਲ ਦੇਖਿਆ। ਪਿਛਲੇ ਦਿਨਾਂ 'ਚ ਅਸੀਂ ਦੇਖਿਆ ਸੀ ਕਿ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਮੀਟਿੰਗ ਵੀ ਕੀਤੀ ਸੀ, ਔਰ ਉਦੋਂ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਕਿਸੇ ਅਧਿਕਾਰੀ ਨੂੰ ਝਿੜਕਾਂ ਜਾਂ ਡਾਂਟੋ ਨਾ, ਉਸ ਨੂੰ ਨਾਲ ਲੈ ਕੇ ਚੱਲੋ ਔਰ ਮਸਲੇ ਦਾ ਹੱਲ ਹੋਣਾ ਚਾਹੀਦਾ, ਸਿਰਫ ਰੌਲਾ ਰੱਪਾ ਨਹੀਂ ਪਾਉਣਾ ਚਾਹੀਦਾ। ਔਰ ਜਿੱਥੋਂ ਤੱਕ ਡਾਕਟਰ ਰਾਜ ਬਹਾਦੁਰ ਦੀ ਗੱਲ ਹੈ, ਇੱਕ ਚੰਗੇ ਡਾਕਟਰ ਨੇ ਔਰ ਉਹਨਾਂ ਦੀ ਆਪਣੀ ਇੱਕ ਖਾਸੀਅਤ ਹੈ, ਉਸਦੇ ਆਪਣੇ ਉਹ ਮਾਹਰ ਨੇ। ਔਰ ਲੇਕਿਨ ਇਸ ਦੇ ਨਾਲ ਮੁੱਖ ਮੰਤਰੀ ਨੇ ਇਹ ਵੀ ਦੇਖਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਦੀ ਹਾਲਤ ਵੀ ਕਾਫੀ ਜ਼ਿਆਦਾ ਖਰਾਬ ਸੀਗੀ, ਔਰ ਸਮਾਂ ਵੀ ਦਿੱਤਾ ਗਿਆ ਕਿ ਸ਼ਾਇਦ ਜਿਹੜੇ ਵਾਈਸ ਚਾਂਸਲਰ ਨੇ ਰਾਜ ਬਹਾਦੁਰ, ਉਹ ਆਪਣਾ ਅਸਤੀਫਾ ਵਾਪਸ ਲੈ ਲੈਣਗੇ, ਆਪਣੀ ਡਿਊਟੀ ਜੁਆਇਨ ਕਰ ਲੈਣਗੇ। ਲੇਕਿਨ ਜਦੋਂ ਕਾਫੀ ਦਿਨਾਂ ਤੱਕ ਡਿਊਟੀ ਨਹੀਂ ਜੁਆਇਨ ਕੀਤੀ ਤਾਂ ਫਿਰ ਮੁੱਖ ਮੰਤਰੀ ਨੇ ਵੀ ਅਸਤੀਫਾ ਜਿਹੜਾ ਉਹ ਪ੍ਰਵਾਨ ਕਰ ਲਿਆ, ਮਨਜ਼ੂਰ ਕਰ ਲਿੱਤਾ, ਔਰ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਕਿਉਂਕਿ ਇਹ ਅਗਰ ਡਾਕਟਰ ਰਾਜ ਬਹਾਦੁਰ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਂਦਾ ਔਰ ਅਗਰ ਸਿਹਤ ਮੰਤਰੀ ਦੇ ਉੱਤੇ ਕੋਈ ਕਾਰਵਾਈ ਹੁੰਦੀ ਤਾਂ ਕਿਤੇ ਨਾ ਕਿਤੇ ਸਰਕਾਰ ਵੀ ਬੈਕਫੁੱਟ ਤੇ ਆਣੀ ਸੀਗੀ। ਔਰ ਸਰਕਾਰ ਜਿਸ ਤਰੀਕੇ ਨਾਲ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ, ਲਗਾਤਾਰ ਇੱਕ ਤੋਂ ਬਾਅਦ ਇੱਕ ਕਾਰਵਾਈਆਂ ਹੋ ਰਹੀਆਂ ਨੇ, ਚਾਹੇ ਤੁਸੀਂ ਜ਼ਮੀਨਾਂ ਨੂੰ ਲੈ ਕੇ ਦੇਖ ਲਓ, ਚਾਹੇ ਵਿਜੀਲੈਂਸ ਦੀ ਇਨਕੁਆਇਰੀ ਦੇਖ ਲਓ, ਤਾਂ ਫਿਰ ਇਹ ਵੀ ਇੱਕ ਵੱਡੀ ਵਜ੍ਹਾ ਸੀਗੀ। ਔਰ ਇਸੇ ਵਜ੍ਹਾ ਕਰਕੇ ਮੁੱਖ ਮੰਤਰੀ ਵੱਲੋਂ ਇਹ ਸਟੈਂਡ ਲਿੱਤਾ ਗਿਆ ਕਿ ਅਗਰ ਵਾਈਸ ਚਾਂਸਲਰ ਡਿਊਟੀ ਤੇ ਨਹੀਂ ਆ ਰਹੇ, ਆਪਣਾ ਅਸਤੀਫਾ ਵਾਪਸ ਨਹੀਂ ਲੈ ਰਹੇ, ਤਾਂ ਫਿਰ ਉਹਨਾਂ ਦਾ ਅਸਤੀਫਾ ਜਿਹੜਾ ਪ੍ਰਵਾਨ ਕਰ ਲੈਣਾ ਚਾਹੀਦਾ। ਹੁਣ ਨਵਾਂ ਵਾਈਸ ਚਾਂਸਲਰ ਜਿਹੜਾ ਤੁਹਾਨੂੰ ਜਲਦੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਨਜ਼ਰ ਆਉਣਗੇ। ਪੰਕਜ ਨਾਲ ਇਹ ਵੀ ਸਵਾਲ ਹੈ, ਕਿਉਂਕਿ ਡਾਕਟਰ ਰਾਜ ਬਹਾਦਰ ਇੱਕ ਵੀਸੀ ਹੋਣ ਦੇ ਨਾਲ ਤੁਹਾਨੂੰ ਵੀ ਯਾਦ ਹੋਵੇਗਾ, ਤੁਹਾਨੂੰ ਵੀ ਪਤਾ ਹੋਵੇਗਾ ਕਿ ਮੋਹਾਲੀ ਦੇ ਵਿੱਚ ਸਪਾਈਨਲ ਸੈਂਟਰ ਹੈ, ਹਫ਼ਤੇ ਦੇ ਵਿੱਚ ਸ਼ਨੀਵਾਰ ਨੂੰ ਉੱਥੇ ਵੀ ਬੈਠਦੇ ਨੇ, ਉੱਥੇ ਮਰੀਜ਼ ਦੇਖਦੇ ਨੇ, ਆਪਰੇਸ਼ਨ ਕਰਦੇ ਨੇ। ਕੀ ਸਪਾਈਨਲ ਸੈਂਟਰ ਵਾਲੀਆਂ ਸੇਵਾਵਾਂ ਉਹਨਾਂ ਦੀਆਂ ਜਾਰੀ ਰਹਿਣਗੀਆਂ? ਇਸ ਨੂੰ ਲੈ ਕੇ ਕੋਈ ਖਬਰ? ਦੇਖੋ, ਇਹ ਡਿਪੈਂਡ ਕਰਦਾ ਹੁਣ ਇਸ ਵੇਲੇ ਡਾਕਟਰ ਰਾਜ ਬਹਾਦੁਰ ਹੋਰਾਂ ਦੇ ਉੱਤੇ, ਕਿਉਂਕਿ ਜਦੋਂ ਅਸਤੀਫਾ ਦਿੱਤਾ ਸੀਗਾ ਉਸ ਤੋਂ ਅਗਲੇ ਦਿਨ ਹੀ ਸਾਰੇ ਲੱਭਣ ਲੱਗ ਪਏ ਸੀਗੇ ਕਿ ਡਾਕਟਰ ਰਾਜ ਬਹਾਦੁਰ ਕਿੱਥੇ ਨੇ, ਤਾਂ ਉਹ ਆਪਣੀ ਡਿਊਟੀ ਨਿਭਾਉਂਦੇ ਹੋਏ ਮੋਹਾਲੀ ਦੇ ਵਿੱਚ ਨਜ਼ਰ ਆਏ ਸੀਗੇ, ਉਸੇ ਜਗ੍ਹਾ ਦੇ ਉੱਤੇ ਨਜ਼ਰ ਆਏ ਸੀਗੇ, ਮਰੀਜ਼ਾਂ ਨੂੰ ਮਿਲਦੇ ਹੋਏ ਨਜ਼ਰ ਆਏ ਸੀਗੇ ਔਰ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ ਸੀਗੇ। ਔਰ ਉਸ ਜਗ੍ਹਾ ਦੇ ਉੱਤੇ ਫਿਰ ਕਾਂਗਰਸ ਦੇ ਪ੍ਰਧਾਨ ਪਹੁੰਚੇ, ਸੂਬੇ ਦੇ ਰਾਜਾ ਵੜਿੰਗ ਹੋਰੀ, ਔਰ ਉਸ ਵੇਲੇ ਅੱਖਾਂ ਦੇ ਵਿੱਚ ਪਾਣੀ ਸੀ ਡਾਕਟਰ ਰਾਜ ਬਹਾਦੁਰ ਹੋਰਾਂ ਦੇ, ਭਾਵੁਕ ਵੀ ਹੋਏ ਸੀਗੇ। ਉਸ ਤੋਂ ਬਾਅਦ ਮੁੱਖ ਮੰਤਰੀ ਦੀ ਸਟੇਟਮੈਂਟ ਆਈ ਸੀ, ਇਹ ਚੰਗਾ ਡਾਕਟਰ ਦੱਸਦੇ ਹੋਏ ਨਜ਼ਰ ਆਏ ਸੀਗੇ ਡਾਕਟਰ ਰਾਜ ਬਹਾਦੁਰ ਹੋਰਾਂ ਨੂੰ। ਇੱਥੋਂ ਤੱਕ ਜ਼ਿਕਰ ਕੀਤਾ ਸੀਗਾ ਕਿ ਪੁਰਾਣਾ ਨਾਤਾ ਹੈ ਡਾਕਟਰ ਰਾਜ ਬਹਾਦੁਰ ਹੋਰਾਂ ਨਾਲ। ਲੇਕਿਨ ਦੂਜੇ ਪਾਸੇ ਕਿਉਂਕਿ ਕਾਫੀ ਦਿਨ ਹੋ ਗਏ ਨੇ ਔਰ ਡਾਕਟਰ ਰਾਜ ਬਹਾਦੁਰ ਆਪਣੀ ਡਿਊਟੀ ਤੇ ਨਹੀਂ ਆਏ, ਤਾਂ ਇਸ ਵਜ੍ਹਾ ਕਰਕੇ ਵੀ ਸਰਕਾਰ ਵੱਲੋਂ ਇਹ ਫੈਸਲਾ ਲੈ ਲਿੱਤਾ ਗਿਆ ਕਿ ਹੁਣ ਨਵਾਂ ਵੀਸੀ ਲਗਾਇਆ ਜਾਵੇ। ਠੀਕ ਹੈ ਪੰਕਜ ਬਣੇ ਰਹੋ ਸਾਡੇ ਨਾਲ ਬੀਜੇਪੀ ਆਗੂ ਤੇ ਸਾਬਕਾ ਸਿਹਤ ਮੰਤਰੀ ਸੁਰਜੀਤ ਜੈਣੀ ਵੀ ਜੁੜ ਚੁੱਕੇ ਨੇ। ਜੈਣੀ ਸਾਹਿਬ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਡਾਕਟਰ ਰਾਜ ਬਹਾਦਰ ਦਾ ਅਸਤੀਫਾ ਸਰਕਾਰ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਤੁਹਾਨੂੰ ਪੂਰਾ ਘਟਨਾਕ੍ਰਮ ਤਾਂ ਯਾਦ ਹੋਵੇਗਾ ਜਾਂ ਆਖਰਕਾਰ ਕਿਉਂ ਅਸਤੀਫਾ ਦਿੱਤਾ ਸੀਗਾ, ਤੇ ਹੁਣ ਜੋ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ, ਅਸਤੀਫਾ ਮਨਜ਼ੂਰ ਕੀਤਾ ਗਿਆ, ਕਿਵੇਂ ਦੇਖਦੇ ਹੋ ਇਸ ਨੂੰ? ਦੇਖੋ, ਗੱਲ ਕੀ ਹੈ ਕਿ ਪਹਿਲੇ ਤਾਂ ਜਿਹੜੇ ਸਿਹਤ ਮੰਤਰੀ ਜੀ ਫਰੀਦਕੋਟ ਗਏ ਸੀ, ਪਹਿਲੇ ਤਾਂ ਉਹਨਾਂ ਨੂੰ ਰਾਜ ਬਹਾਦਰ ਜੀ ਦੇ ਬਾਰੇ ਜਾਣਨਾ ਚਾਹੀਦਾ ਵੀ ਰਾਜ ਬਹਾਦਰ ਕਿੰਨੇ ਵੱਡੇ ਡਾਕਟਰ ਹੈ, ਕਿੰਨਾ ਇਹ ਸਮਾਜ ਦੀ ਸੇਵਾ, ਕਿੰਨੇ ਲੋਕਾਂ ਦੀ ਸੇਵਾ ਕੀਤੀ ਹੈ। ਉਹ ਫਰੀਦਕੋਟ ਜਿਹੜਾ ਮੈਡੀਕਲ ਕਾਲਜ ਬਿਲਕੁਲ ਬੰਦ ਪਿਆ ਸੀ। ਸਾਡੇ ਟਾਈਮ ਦੇ ਵਿੱਚ ਬਾਦਲ ਸਾਹਿਬ ਨੇ ਇਹਨਾਂ ਨੂੰ ਇੱਥੇ ਡਿਊਟੀ ਸਪੈਸ਼ਲ ਬਣਾ ਕੇ ਭੇਜਿਆ ਸੀ ਵੀ ਤੁਹਾਨੂੰ ਜਾਣਾ ਹੀ ਪੈਣਾ। ਉਦੋਂ ਵੀ ਇਹ ਮਤਲਬ ਨੌਕਰੀ ਜਿਹੜਾ ਇਹ ਨਹੀਂ ਕਰਨਾ ਚਾਹੁੰਦੇ ਸੀਗੇ, ਮੈਨੂੰ ਪਤਾ ਉਸ ਟਾਈਮ ਮੀਟਿੰਗ ਦੇ ਵਿੱਚ। ਜਿਹੜੇ ਸਾਹਿਬ ਬਣੇ ਰਹੋ ਮੈਂ ਤੁਹਾਡਾ ਫਿਰ ਰੁਕ ਕਰਦਾ, ਮੁੜ ਤੋਂ ਰੁਕ ਕਰਾਂਗਾ। ਸਾਡੇ ਨਾਲ ਆਪ ਆਗੂ ਮਲਵਿੰਦਰ ਕੰਗ ਵੀ ਜੁੜੇ ਹੋਏ ਨੇ। ਕੰਗ ਸਾਹਿਬ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਮੁੱਖ ਮੰਤਰੀ ਮਾਨ ਦੇ ਵੱਲੋਂ ਡਾਕਟਰ ਰਾਜ ਬਹਾਦਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਨਾਲ ਇਹ ਵੀ ਸਵਾਲ ਜੂ ਖੜਾ ਹੁੰਦਾ ਹੈ ਕਿ ਜਿਸ ਤਰ੍ਹਾਂ ਦਾ ਵਤੀਰਾ ਸੀਗਾ ਸਿਹਤ ਮੰਤਰੀ ਦਾ, ਉਸ ਨੂੰ ਲੈ ਕੇ ਸਰਕਾਰ ਦਾ ਕੀ ਸਟੈਂਡ ਹੈ? ਕਿਤੇ ਨਾ ਕਿਤੇ ਇਸ ਦੇ ਨਾਲ ਉਹ ਵਤੀਰਾ ਤਾਂ ਜਸਟੀਫਾਈ ਤਾਂ ਨਹੀਂ ਫਿਰ ਕੀਤਾ ਜਾਂਦਾ, ਜਸਟੀਫਾਈ ਨਹੀਂ ਹੁੰਦਾ। ਦੇਖੋ, ਗੱਲ ਇਹ ਹੈ ਤੇਜਾ ਜੀ
पहली गल तो डॉक्टर राज बहादुर जिहड़े आ बड़े साडे सत्कारित सर्जन है और पूरे रीजन च वैल नोन परसनैलिटी है और डिफरेंट पोजीशनां ते उन्होंने अलग अलग तरीके नाल सेवा निभाई है। चाहे चंडीगढ़ च मैडिकल कॉलेज 32 दे प्रिंसीपल डायरैक्टर भी रहे आ, पीजी हैड ऑफ डिपार्टमेंट रहे आ। लेकिन एक गल मैं जरूर दसना चाहुंदा तुहाडे दर्शकां नूं कि बाबा फरीद यूनीवर्सिटी च ऑलरेडी 2 एक्सटेंशनां लै चुके सी। सो उन्हों की अपनी इच्छा भी यही सी और उन्होंने मानयोग मुख्यमंत्री जी को कन्वे किया सी भी मैं हुण आगे इनू कंटिन्यू करन च इच्छुक भी नहीं गा, क्योंकि एक बंदे की स्टेज भी होंदी है 70 साल तो उपर उम्र है। 2 एक्सटेंशन एज ए वाइस चांसलर लै चुके सी। नहीं कंग साहब वो थोड़ी गल ठीक है, बट ਜਿਹੜਾ ਘਟਨਾਕ੍ਰਮ ਜ਼ਰੀਆ ਬਣਿਆ ਉਹਨੂੰ ਲੈ ਕੇ ਤਾਂ ਸਵਾਲ ਮੈਨੂੰ ਕੰਪਲੀਟ ਕਰ ਲੈਣ ਦੋ ਨਾ, ਕਾਲੇ ਕਿਉਂ ਪੈਂਦੇ ਆ ਜੀ। ਰੱਖੋ ਆਪਣੀ ਗੱਲ ਰੱਖੋ। ਜੇ ਤੇ ਤੁਸੀਂ ਮੇਰਾ ਵਿਊ ਪੁਆਇੰਟ ਲੈਣਾ ਫਿਰ ਮੈਨੂੰ ਟਾਈਮ ਵੀ ਦਿਓ। ਅਸੀਂ ਮਤਲਬ ਸੱਤਾ ਵਾਲੇ ਲੋਕ ਹੈ, ਸਰਕਾਰ ਜੀ ਜੀ ਬਿਲਕੁਲ ਤੁਹਾਡਾ ਪੁਆਇੰਟ ਜਾਣਨ ਲਈ ਤੁਹਾਨੂੰ ਫੋਨ ਲਗਾਇਆ ਸੀ। ਇਹ ਜਿੱਥੋਂ ਤੱਕ ਵਿਸ਼ਾ ਜਿਹੜਾ ਸਾਡੇ ਹੈਲਥ ਮਿਨਿਸਟਰ ਨਾਲ ਜੋੜਨ ਦੀ ਗੱਲ ਹੈ, ਦੇਖੋ ਉਹ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਔਰ ਹੈਲਥ ਮਿਨਿਸਟਰ ਸਾਹਿਬ ਦੀ ਜਿਹੜੀ ਇੰਟੈਂਸ਼ਨ ਸੀ ਉਹ ਬੜੀ ਕਿਸੇ ਨੂੰ ਹਿਊਮਿਲੇਟ ਕਰਨ ਦੀ ਜਾਂ ਬੇਇੱਜ਼ਤ ਕਰਨ ਦੀ ਨਹੀਂ ਸੀ। ਨਾ ਸਾਡਾ ਇਹੋ ਜਿਹਾ ਕੋਈ ਸਾਡੀ ਕੋਈ ਇਹੋ ਜਿਹਾ ਏਜੰਡਾ ਹੈ। ਅਸੀਂ ਤੇ ਈਵਨ ਹੈਲਥ ਮਿਨਿਸਟਰ ਸਾਹਿਬ ਦੇ ਪਹਿਲੇ ਦਿਨ ਤੋਂ ਲੱਗੇ ਹੋਏ ਆ ਕਿ ਪਿਛਲੀਆਂ ਸਰਕਾਰਾਂ ਚਾਹੇ ਅਕਾਲੀ ਦਲ ਬੀਜੇਪੀ ਦੀ ਚਾਹੇ ਕਾਂਗਰਸ ਦੀ ਰਹੀ ਆ, ਇਹਨਾਂ ਲੋਕਾਂ ਨੇ ਹੈਲਥ ਸੈਕਟਰ 'ਚ ਲੋਕਾਂ ਲਈ ਤਾਂ ਕੁਛ ਨਹੀਂ ਕੀਤਾ, ਵੱਡੇ ਵੱਡੇ ਕੀਤੇ ਤੇ ਸਕੈਂਡਲ ਸਕੈਮ ਹੀ ਕੀਤੇ ਆ, ਉਹਨੂੰ ਬੇਨਕਾਬ ਕੀਤਾ। ਔਰ ਚੌੜਾ ਮਾਜਰਾ ਜੀ ਤੇ ਇੱਕ ਇੱਕ ਜ਼ਿਲ੍ਹੇ 'ਚ ਜਾ ਕੇ ਸਾਰੇ ਹੈਲਥ ਸੈਂਟਰਾਂ ਦਾ ਆਪ ਮੁਆਇਨਾ ਕਰ ਰਹੇ ਸੀ। ਇਨ ਬਿਟਵੀਨ ਇਹ ਬੜਾ ਅਨਫੋਰਚੂਨੇਟ ਇੰਸੀਡੈਂਟ ਹੋ ਗਿਆ। ਮੈਨੂੰ ਨਹੀਂ ਲੱਗਦਾ ਇਹਨੂੰ ਇਹਦੇ ਨਾਲ ਜੋੜਨ ਦੀ ਲੋੜ ਹੈ। ਡਾਕਟਰ ਰਾਜ ਬਹਾਦਰ ਸਾਹਿਬ ਦੇ सीएम साहब ਨਾਲ बड़े अच्छे रिलेशन है और उन्होंने ऑलरेडी 2 एक्सटेंशन ले लिया सी, वो आप भी इच्छुक नहीं, इस करके उन्होंने थां ते हुण नवां जिहड़ा है वाइस चांसलर अपॉइंट किया जाए। कंग साहब ਮੰਨਿਆ ਜਾਵੇ ਕਿ ਹੁਣ ਸੁਨੇਹਾ ਇਹੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਜਿਹੜੀ ਆਪਣੇ ਆਪ ਦੇ ਵਿੱਚ ਤਾਕਤਵਰ ਹੈ। ਜਿਹੜਾ ਸਿਹਤ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਮੰਤਰੀ ਦੇ ਸਮਰਥਨ ਦੇ ਵਿੱਚ ਉਤਰੀ ਹੈ ਸਰਕਾਰ। ਨਹੀਂ, ਤਾਕਤਵਰ ਪੰਜਾਬ ਦੇ ਲੋਕ ਹੈ, ਪੰਜਾਬ ਦੇ ਲੋਕਾਂ ਦੀ ਸਰਕਾਰ ਹੈ ਔਰ ਅਸੀਂ ਇੱਕ ਟੀਮ ਦੇ ਰੂਪ टीम पंजाब के रूप जिहदे अगवाई मान साहब कर रहे, चाहे डॉक्टर साहबान हो, वकील साहबान हो, साडे किसान भरा, नौजवान भरा, व्यापारी, असीं सारिਆਂ ने मिल के पंजाब नूं अगे लेके जाना है। और पंजाब नूं जिस तरीके नाल पिछले सालां च लुੱਟ ਖਸੁੱਟ होई आ, लोकां नूं बुनियादी सेहत सुविधावां तो लैके एजुकेशन तो दूर रखा गया, उहनूं नवें सिरे तो खड़ा करके एक हरेक इंसान नूं जिहड़ा बुनियादी सेहत सुविधावां लैके और एजुकेशन उहदे बच्चों नूं मिले, नौकरियां मिले, सरकार की वचनबद्धता है, कमिटमेंट है, उहदे वल वध रहे हैं। और चाहे वो डॉक्टर राज बहादुर जी हुण, मैं पहले भी तुहानूं कहा आउण वाले टाइम 'ਚ वो पंजाब की सेवा करते रहणगे। उन्होंने पहले ही बहुत सेवा की है। वैल नोन ऑर्थोपैडिक्स के वो बड़े मन्ने परवन्ने डॉक्टर हैं, रीजनल स्पाइन सेंटर 'ਚ भी वो सेवा निभा रहे हैं। तो डेफिनेटली उन्होंने सेवावां पंजाब के लोग लेंदे रहे। ਕੰਗ ਸਾਹਿਬ ਥੋੜਾ ਟਾਈਮ ਸਾਡੇ ਨਾਲ ਬਣੇ ਨਾਲ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਸੁਰਜੀਤ ਜੈਣੀ ਵੀ ਜੁੜੇ ਹੋਏ ਨੇ। ਜੈਣੀ ਸਾਹਿਬ, ਕੰਗ ਸਾਹਿਬ ਦਾ ਪ੍ਰਤੀਕਰਮ ਜ਼ਰੂਰ ਤੁਸੀਂ ਸੁਣਿਆ ਹੋਵੇਗਾ। ਉਹ ਇਹ ਕਹਿੰਦੇ ਨੇ, ਜੈਣੀ ਸਾਹਿਬ, ਕੰਗ ਸਾਹਿਬ ਨੇ ਕਿਹਾ ਹੈ ਕਿ 2 ਵਾਰ ਐਕਸਟੈਂਸ਼ਨ ਲੈ ਚੁੱਕੇ ਨੇ, ਇਸ ਕਰਕੇ ਉਹਨਾਂ ਨੂੰ ਇਸ ਪੂਰੇ ਘਟਨਾਕ੍ਰਮ ਦੇ ਨਾਲ ਨਹੀਂ ਜੋੜ ਕੇ ਵੇਖਣਾ ਚਾਹੀਦਾ। ਉਹਨਾਂ ਦੀ ਖੁਦ ਇੱਛਾ ਸੀ ਰੁਖਸਤ ਹੋਣ ਦੀ ਇਹਨਾਂ ਸੇਵਾਵਾਂ ਤੋਂ। ਇਹਨਾਂ ਨੇ ਤਾਂ ਆਪਦੀ ਪਾਰਟੀ ਦੀ ਵਕਾਲਤ ਵੀ ਕਰਨੀ ਹੈ, ਪੱਖ ਵੀ ਪੂਰਨਾ ਹੈ। ਜੀ ਜਿਹੜਾ ਰਵਈਆ ਉੱਥੇ ਹੈਲਥ ਮਿਨਿਸਟਰ ਸੀ ਬਿਲਕੁਲ ਗਲਤ ਸੀ। ਪਹਿਲੀ ਗੱਲ ਤਾਂ ਹੈਲਥ ਮਿਨਿਸਟਰ ਨੂੰ ਇਹ ਨਹੀਂ ਪਤਾ ਇਹਨਾਂ ਦੇ ਨੂੰ ਕਿ ਇੱਥੇ ਜ਼ਿੰਮੇਵਾਰੀ ਕਿਹਦੀ ਬਣਦੀ ਹੈ, ਮੈਡੀਕਲ ਸੁਪਰਡੈਂਟ ਦੀ ਬਣਦੀ ਹੈ। ਉਹਦੇ ਬਾਅਦ ਅਗਰ ਇਹ ਜੀ ਗੱਲ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਤਾਂ ਉੱਥੇ ਔਨ ਰਿਕਾਰਡ ਪੁੱਛਣਾ ਚਾਹੀਦਾ ਹੈ ਕਿ ਵੀ ਆ ਗੱਦਾ ਗੰਦਾ ਹੈ ਜੀ, ਅਸੀਂ ਇਹਨੂੰ ਠੀਕ ਕਰਨਾ ਚਾਹੁੰਦੇ ਹਾਂ, ਕਮੀ ਕੀ ਹੈ ਦੱਸੋ, ਆਪਾਂ ਰਲ ਕੇ ਇਹਨੂੰ ਠੀਕ ਕਰੀਏ। ਇਹ ਤਾਂ ਨਹੀਂ ਕਿਸ ਤਰ੍ਹਾਂ ਦੀ ਜ਼ਬਾਨ, ਕਿਸ ਤਰ੍ਹਾਂ ਦੀ ਭਾਸ਼ਾ ਔਰ ਕਿਸ ਤਰ੍ਹਾਂ ਲੋਕ ਇਹ ਬੰਦੇ ਲੈ ਕੇ ਇਹ ਮਤਲਬ ਐਮਰਜੈਂਸੀ ਸੈਕਟਰ 'ਚ ਵੜ ਜਾਣਾ। ਕਿਆ ਦਿਖਾਣਾ ਚਾਹੁੰਦੇ ਨੇ ਇਹ ਗੱਲਾਂ ਕਰਦੇ। ਅਸੀਂ ਕਿਤਾ ਅੱਜ ਕੰਗ ਸਾਹਿਬ ਨੂੰ ਪੁੱਛੋ, ਦਵਾਈਆਂ ਨਹੀਂ ਹॉस्पिटल 'ਚ ਆ ਫਾਜ਼ਿਲਕਾ डिलीवरी नहीं हो रही, डिलीवरी भी रेफर हो रही है। और एक राज बहादुर जी बारे गल देखनी जरूरी है। 70 सैक्टर से हॉस्पिटल है मोहाली से, स्पाइन का वो कौन चलाएगा? किन्ने बंदियां दे ऑपरेशन उत्थे होंदे सी, किन्ने बंदियां दे इलाज होंदे सी, किन्ने बंदे दे गीत गुण गाउंदे ने। ये सारियां चीजां देखनियां पड़ियां। ठीक है हेल्थ मिनिस्टर जावे, जाण दा फर्ज है, पर उत्थे जाके पहली बारी जा रहे उत्थे मीटिंग लो, उत्थे जिहड़ी कमियां उन्हां नाल गल करो, उन्हां नूं पुछो कि भाई दसो किस तरह हल हो सकता है, आप रल के हल करिए। ये तो नहीं कि असीं फोटो खिचाण वास्ते, आपके नंबर बनाने वास्ते बेइज्जती करिए, तोहिन करिए, ये शोभा नहीं देती गल इस तरह की। जी
ਜੈਨੀ ਸਾਹਿਬ, ਜਿਵੇਂ ਕਿ ਕੰਗ ਸਾਹਿਬ ਵੀ ਜੁੜੇ, ਉਹਨਾਂ ਨੇ ਵੀ ਆਪਣਾ ਪੱਖ ਰੱਖਿਆ। ਹਾਲਾਂਕਿ ਕਾਫੀ ਦਿਨ ਇੰਤਜ਼ਾਰ ਵੀ ਕੀਤਾ ਗਿਆ ਕਿ ਹੋ ਸਕਦਾ ਹੈ ਕਿ ਡਾਕਟਰ ਰਾਜ ਬਹਾਦਰ ਆਪਣਾ ਅਸਤੀਫਾ ਵਾਪਸ ਲੈ ਲੈਂਦੇ, ਸੇਵਾਵਾਂ ਦੇ ਵਿੱਚ ਵਾਪਸ ਆ ਜਾਂਦੇ। ਇਹ ਵੀ ਕਿਤੇ ਨਾ ਕਿਤੇ ਵਜ੍ਹਾ ਰਹੀ ਕਿ ਉਹਨਾਂ ਦੇ ਵੱਲੋਂ ਦੁਬਾਰਾ ਡਿਊਟੀ ਜੁਆਇਨ ਨਹੀਂ ਕੀਤੀ ਗਈ ਤੇ ਆਖਰਕਾਰ ਮਾਨ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਜੇਕਰ ਬੀਜੇਪੀ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਬੀਜੇਪੀ ਦਾ ਇਸ ਨੂੰ ਲੈ ਕੇ ਹੁਣ ਕੀ ਸਟੈਂਡ ਰਹੇਗਾ? ਦੇਖੋ ਗੱਲ ਸੁਣੋ, ਇਹ ਮਾੜੀ ਹੈ। ਰਾਜ ਬਹਾਦਰ ਕੋਈ ਲੱਗਣਾ ਨਹੀਂ ਚਾਹੁੰਦਾ। ਮੈਨੂੰ ਪਤਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਦਕੇ ਔਰ ਇਹਨਾਂ ਨੂੰ ਰਿਕਵੈਸਟ ਜਿਵੇਂ ਖਰੀਦਿਆਂ ਮੈਂ ਕੀਤਾ ਸੀ ਵੀ ਤੁਹਾਡੇ ਬਗੈਰ ਕੰਮ ਨਹੀਂ ਚੱਲਦਾ, ਤੁਸੀਂ ਮੰਨੋਗੇ ਫਰੀਦਕੋਟ ਹਸਪੀਟਲ ਹੈ ਨਾ, ਹੁਣ ਨਵਾਂ BC ਆ ਜਾਏਗਾ, ਦੇਖੋ ਕੀ ਹਾਲ ਹੋਣਾ ਇੱਥੇ, ਦੇਖੋ ਕੀ ਹਾਲ ਹੋਣਾ। ਇਹ ਤਾਂ ਰਾਜ ਬਹਾਦਰ ਕਰਕੇ ਇੱਥੇ ਚੱਲ ਗਿਆ। ਸਾਨੂੰ ਪਤਾ ਹੈ ਸਾਡੇ ਕਿੰਨੇ ਲੋਕਾਂ ਨੂੰ ਇੱਥੇ ਫਾਇਦਾ ਹੋ ਰਿਹਾ ਸੀ। ਠੀਕ ਹੈ, ਕੋਈ ਗੱਦਾ ਜੇ ਅਗਰ ਗੰਦਾ ਹੈ, ਕੋਈ ਚੀਜ਼ ਸਿਸਟਮ ਹੈ ਤਾਂ ਇਸ ਤਰ੍ਹਾਂ ਦੀ ਗੱਲ ਕਰਨੀ, ਕਿਸੇ ਨੂੰ ਇੱਕ ਅੱਛੇ ਬੰਦੇ ਨੂੰ ਦਿੱਲੀ ਕਰਨਾ ਸ਼ੋਭਾ ਨਹੀਂ ਦਿੰਦਾ। ਪਹਿਲਾਂ ਤਾਂ ਉਸ ਮੰਤਰੀ ਨੂੰ ਪਤਾ ਹੀ ਨਹੀਂ ਹੋਣਾ ਵੀ ਰਾਜ ਬਹਾਦਰ ਚੀਜ਼ ਕੀ ਹੈ ਔਰ ਕਿੰਨੇ ਕੁ ਲੋਕਾਂ ਦੇ ਇਹ ਫਾਇਦੇ ਕੀਤੇ ਨੇ। ਅੱਜ ਲੋਕਾਂ ਨੂੰ ਪੁੱਛੋ ਨਾ ਜਾ ਕੇ, ਸਾਨੂੰ ਪੁੱਛੋ ਅਸੀਂ ਕਿੰਨੇ ਲੋਕਾਂ ਦੇ ਆਪਰੇਸ਼ਨ ਉਹਨਾਂ ਕੋਲ ਕਰਵਾਏ ਹੈ ਜਿਹੜੇ ਇੱਥੇ ਹੋ ਨਹੀਂ ਸਕਦੇ ਗਰੀਬ ਦੇ। ਔਰ ਅਗਰ ਗਰੀਬ ਨੂੰ ਸਪੈਂਡ ਦਾ ਬਾਹਰ ਕਿੱਥੇ ਆਪਰੇਸ਼ਨ ਜਿਹੜੇ ਸਰ ਜਿਹੜਾ ਨਾਲ ਸਵਾਲ ਸਿੱਧਾ ਜੇ ਇੱਕ ਤੁਹਾਡੇ ਮੁਤਾਬਿਕ ਹੱਲ ਕੀ ਸੀ, ਹੋਣਾ ਕੀ ਚਾਹੀਦਾ ਸੀ? ਹੱਲ ਠੀਕ ਹੈ, ਦੇਖੋ ਜੀ, ਹੱਲ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਨਹੀਂ, ਰਾਜ ਬਹਾਦਰ ਨੂੰ ਰੱਖਣਾ ਚਾਹੀਦਾ ਸੀ। ਜੇ ਅਗਰ ਇੱਥੇ BC ਨਹੀਂ ਰੱਖਿਆ ਤਾਂ ਮਤਲਬ ਮੈਂ ਕਹਿਣਾ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ, ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਵੀ 70 ਜਿਹੜਾ ਹਸਪੀਟਲ 70 ਦੇ ਵਿੱਚ ਸਫਾਈ ਦਾ ਹਸਪੀਟਲ ਹੈ ਉਹ ਕਿਸ ਤਰ੍ਹਾਂ ਚੱਲੇਗਾ, ਉਹਨੂੰ ਜ਼ਰੂਰ ਚਲਾਇਆ ਜਾਵੇ। ਠੀਕ ਹੈ, BC ਇੱਥੇ ਲਾ ਲੈਣਾ, ਆਪਦਾ ਲਾਣਾ ਹੈ। ਉਹ ਹਸਪੀਟਲ ਜੇ ਅਗਰ ਨਹੀਂ ਚੱਲੇਗਾ ਉੱਥੇ ਕਿੰਨੇ ਲੋਕਾਂ ਦਾ ਇਲਾਜ ਹੁੰਦਾ ਸੀ, ਅੱਜ ਉਹ ਕਿਵੇਂ ਹੋਊਗਾ? ਸਾਨੂੰ ਚਿੰਤਾ ਇਸ ਚੀਜ਼ ਦੀ ਹੈ। ਹਾਂ ਠੀਕ ਹੈ ਜੈਨੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਸੁਰਜੀਤ ਜੈਨੀ ਦੇ ਵੱਲ ਸਿੱਧੇ ਤੌਰ ਤੇ ਜ਼ਰੂਰ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ। ਨਾਲ ਹੀ ਉਹਨਾਂ ਨੇ ਵੀ ਜ਼ਰੂਰ ਸਵਾਲ ਕੀਤਾ ਕਿ ਜਿਹੜਾ ਮੋਹਾਲੀ ਸਪਾਈਨਲ ਸੈਂਟਰ ਜਿੱਥੇ ਕਿ ਉਹ ਹਫ਼ਤੇ ਦੇ ਵਿੱਚ ਇੱਕ ਦਿਨ ਮਰੀਜ਼ਾਂ ਨੂੰ ਦੇਖਦੇ ਸਨ, ਆਪਰੇਸ਼ਨ ਕਰਦੇ ਸਨ, ਉਹ ਕਿਵੇਂ ਚੱਲੇਗਾ ਡਾਕਟਰ ਰਾਜ ਬਹਾਦਰ ਤੋਂ ਬਿਨਾਂ? ਇਸ ਨੂੰ ਲੈ ਕੇ ਵੀ ਸੁਰਜੀਤ ਜੈਨੀ ਦੇ ਵੱਲੋਂ ਸਰਕਾਰ ਨੂੰ ਸਵਾਲ ਕੀਤੇ ਗਏ ਨੇ। ਹਾਲਾਂਕਿ ਸਾਡੇ ਨਾਲ ਆਮ ਆਦਮੀ ਪਾਰਟੀ ਦੀ ਆਗੂ ਮਲਵਿੰਦਰ ਕੰਗ ਜੁੜੇ, ਉਹਨਾਂ ਦੇ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਉਹ 2 ਵਾਰ ਆਲਰੇਡੀ ਐਕਸਟੈਂਸ਼ਨ ਲੈ ਚੁੱਕੇ ਸਨ VC ਦੇ ਅਹੁਦੇ ਨੂੰ ਲੈ ਕੇ। ਉਹਨਾਂ ਵੱਲੋਂ ਖੁਦ ਵੱਲੋਂ ਇੱਛਾ ਜਤਾਈ ਜਾ ਰਹੀ ਸੀ ਕਿ ਹੋਰ ਕਿਸੇ ਨੂੰ ਹੁਣ VC ਲਗਾਇਆ ਜਾਵੇ, ਉਹ VC ਅੱਗੇ ਕੰਟੀਨਿਊ ਨਹੀਂ ਕਰਨਾ ਚਾਹੁੰਦੇ। ਉਹਨਾਂ ਦਾ ਕਹਿਣਾ ਹੈ ਕਿ ਇਸ ਪੂਰੇ ਘਟਨਾਕ੍ਰਮ ਦੇ ਨਾਲ ਉਹਨਾਂ ਦੇ ਇਸ ਅਸਤੀਫਾ ਮਨਜ਼ੂਰ ਹੋਣ ਦੇ ਫੈਸਲੇ ਨੂੰ ਨਹੀਂ ਵੇਖਣਾ ਚਾਹੀਦਾ। ਪਰ ਇਸ ਦੇ ਵਿਚਾਲੇ ਇਹ ਵੱਡੀ ਖਬਰ ਹੈ, ਡਾਕਟਰ ਰਾਜ ਬਹਾਦਰ ਦਾ ਅਸਤੀਫਾ ਸਰਕਾਰ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਲਗਾਤਾਰ VC ਸਨ ਬਣੇ ਹੋਏ। ਪਿਛਲੇ ਦਿਨੀ ਜਿਹੜਾ ਪੂਰਾ ਘਟਨਾਕ੍ਰਮ ਹੁੰਦਾ ਹੈ, ਤੁਹਾਨੂੰ ਇਸ ਵੇਲੇ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਦੋਂ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਫਰੀਦਕੋਟ ਦੇ ਮੈਡੀਕਲ ਹਸਪਤਾਲ ਦੇ ਵਿੱਚ ਪਹੁੰਚਦੇ ਨੇ। ਉੱਥੇ ਮਰੀਜ਼ਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਨੇ ਕਿ ਜਿਹੜੇ ਗੱਦੇ ਨੇ ਉਹ ਬਹੁਤ ਗੰਦੇ ਨੇ ਤੇ ਉਹਨਾਂ ਗੰਦੇ ਗੱਦਿਆਂ ਤੇ ਲੇਟਣ ਦੇ ਲਈ, ਪੈਣ ਦੇ ਲਈ ਜਿਹੜੇ ਮਰੀਜ਼ ਆ ਉੱਥੇ ਦੇ ਮਜਬੂਰ ਹੁੰਦੇ ਨੇ। ਤੇ ਇਸ ਦੇ ਵਿਚਾਲੇ ਜਦੋਂ ਮੌਕੇ ਤੇ ਮੌਜੂਦ ਸਨ ਤਤਕਾਲੀ VC ਡਾਕਟਰ ਰਾਜ ਬਹਾਦਰ ਤੇ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ, ਝਾੜ ਪਾਈ ਜਾਂਦੀ ਹੈ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਤੇ ਉਹਨਾਂ ਨੂੰ ਬੈੱਡ ਤੇ ਲੇਟਣ ਦੇ ਲਈ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਮੁੱਦਾ ਇੰਨਾ ਭਖਦਾ ਹੈ, ਅਗਲੇ ਦਿਨ ਹੀ ਡਾਕਟਰ ਰਾਜ ਬਹਾਦਰ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ। ਉਹ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਵੁਕ ਵੀ ਹੁੰਦੇ ਨੇ, ਸਿਹਤ ਮੰਤਰੀ ਦੇ ਵਤੀਰੇ ਨੂੰ ਲੈ ਕੇ ਵੀ ਸਵਾਲ ਖੜੇ ਕਰਦੇ ਨੇ। ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਪੂਰੇ ਘਟਨਾਕ੍ਰਮ ਨੂੰ ਆਧਾਰ ਬਣਾਉਂਦੇ ਹੋਏ ਮਾਨ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਜਾਂਦਾ ਹੈ। ਸਾਡੇ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਜੁੜ ਚੁੱਕੇ ਨੇ। ਢਿੱਲੋਂ ਸਾਹਿਬ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਡਾਕਟਰ ਰਾਜ ਬਹਾਦਰ ਦਾ ਅਸਤੀਫਾ ਅਸੀਂ ਮਾਨ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ, ਕੀ ਕਹਿਣਾ ਚਾਹੋਗੇ? ਬੜੀ ਸ਼ਰਮਨਾਕ ਗੱਲ ਆ ਵੀ ਇੱਕ ਏਡੇ ਐਮੀਨੈਂਟ ਡਾਕਟਰ ਔਰ ਇੱਕ ਏਡੀ ਵੱਡੀ ਪਰਸਨੈਲਿਟੀ ਨੂੰ ਇਸ ਤਰੀਕੇ ਨਾਲ ਇਹਨਾਂ ਨੇ ਅਸਤੀਫਾ ਦਿੱਤਾ ਹੋਵੇ, ਔਰ ਜਦ ਕਿ ਔਰ ਇਸ ਤੋਂ ਬਾਅਦ ਇਹ ਸਾਬਤ ਹੁੰਦਾ ਵਾ ਵੀ ਭਗਵੰਤ ਮਾਨ ਜੀ ਵੀ ਉਹਨਾਂ ਨੂੰ ਵਿਸ਼ਵਾਸ ਨਹੀਂ ਰਿਹਾ। ਦੇਖੋ, ਅਗਰ ਹੈਲਥ ਮਿਨਿਸਟਰ ਔਰ ਇੱਕ ਸੀਨੀਅਰ ਮੋਸਟ ਬੰਦੇ ਦੀ ਰਾਮ ਰੌਲਾ ਹੁੰਦਾ ਤੇ ਮੁੱਖ ਮੰਤਰੀ ਜਿਹੜੇ ਹੁੰਦੇ ਆ ਉਹਨਾਂ ਦੀ ਬੰਦਾ ਵਰਡ ਰੱਖਣ ਕਰਕੇ ਨਾ, ਔਰ ਉਹਨਾਂ ਦੀ ਜ਼ੁਬਾਨ ਔਰ ਉਹਨਾਂ ਦੀ ਇੱਜ਼ਤ ਰੱਖਣ ਨੂੰ ਬੰਦਾ ਕਹਿੰਦਾ ਚਲੋ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਤੇ ਮੈਂ ਇਹ ਚੀਜ਼ ਦਾ ਮਾਨ ਤਾਨ ਰੱਖੂੰਗਾ। ਲੇਕਿਨ ਇਸ ਚੀਜ਼ ਤੋਂ ਇਹ ਪਤਾ ਚੱਲ ਜਾਂਦਾ ਵੀ ਭਗਵੰਤ ਸਿੰਘ ਮਾਨ ਜੋ ਕਿ ਸਾਡੇ ਮੁੱਖ ਮੰਤਰੀ ਪੰਜਾਬ ਆ, ਉਹਨਾਂ ਦਾ ਵੀ ਵਿਸ਼ਵਾਸ ਨਹੀਂ ਰਿਹਾ ਇਹਨਾਂ ਲੋਕਾਂ ਦਾ ਉਹਨਾਂ ਵਿੱਚ। ਨਾ ਤਾਂ ਉਹਨਾਂ ਦੇ ਕਹਿਣ ਤੇ ਅਸਤੀਫਾ ਵਾਪਸ ਹੋਇਆ, ਨਾ ਉਹਨਾਂ ਦੇ ਕਹਿਣ ਦੇ ਉੱਤੇ ਬੰਦਿਆਂ ਨੇ ਦੁਬਾਰਾ ਜੁਆਇਨ ਕੀਤਾ, ਔਰ ਉਲਟਾ ਇੱਕ ਤਰ੍ਹਾਂ ਤੋਂ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਆ ਵੀ ਆਹ ਸੰਭੋ ਤੁਸੀਂ ਆਪਣਾ ਸਾਰਾ ਕੁਝ, ਕੋਈ ਦਿੱਕਤ ਨਹੀਂ। ਅਗਰ ਤੁਸੀਂ ਇਸ ਤਰੀਕੇ ਦਾ ਕੰਮ ਕਰਨਾ ਵਾ ਤੇ ਇਸ ਤਰੀਕੇ ਨਾਲ ਜਲੀਲ ਕਰਨਾ ਵਾ ਤੇ ਸਰਕਾਰ ਦੇ ਮੇਰੇ ਹਿਸਾਬ ਨਾਲ ਬਹੁਤ ਮਤਲਬ ਮੰਦਭਾਗੀ ਗੱਲ ਹੋਈ। ਔਰ ਸਰਕਾਰ ਨੂੰ ਇਹ ਜਿਹੜੀ ਮੁੱਖ ਮੰਤਰੀ ਦੇ ਕਹਿਣ ਦੇ ਬਾਵਜੂਦ ਅਸਤੀਫਾ ਵਾਪਸ ਨਹੀਂ ਹੋਇਆ, ਇਹ ਮੁੱਖ ਮੰਤਰੀ ਦੇ ਉੱਤੇ ਜਿੰਨਾ ਕੁ ਲੋਕਾਂ ਦਾ ਵਿਸ਼ਵਾਸ ਰਹਿ ਗਿਆ ਉਹ ਵੀ ਬਿਲਕੁਲ ਸਾਹਮਣੇ ਆ ਜਾਂਦਾ ਵਾ। ਢਿੱਲੋਂ ਸਾਹਿਬ, ਸਾਡੇ ਨਾਲ ਆਪ ਆਗੂ ਮਲਵਿੰਦਰ ਕੰਗ ਹੁਣੇ ਜੁੜੇ ਸੀ, ਉਹਨਾਂ ਨੂੰ ਵੀ ਇਹ ਸਵਾਲ ਕੀਤਾ ਗਿਆ ਸੀ। ਉਹਨਾਂ ਦਾ ਇਹ ਕਹਿਣਾ ਸੀਗਾ ਕਿ 2 ਵਾਰ ਆਲਰੇਡੀ ਐਕਸਟੈਂਸ਼ਨ ਲੈ ਚੁੱਕੇ ਸਨ VC ਡਾਕਟਰ ਰਾਜ ਬਹਾਦਰ। ਉਹਦਾ ਕਹਿਣਾ ਕਿ ਉਹਨਾਂ ਵੱਲੋਂ ਖੁਦ ਦੇ ਵੱਲੋਂ ਇੱਛਾ ਜਤਾਈ ਜਾ ਰਹੀ ਸੀ ਕਿ ਕਿਸੇ ਹੋਰ ਨੂੰ VC ਲਗਾਇਆ ਜਾਵੇ, ਉਹ ਕੰਟੀਨਿਊ ਨਹੀਂ ਕਰਨਾ ਚਾਹੁੰਦੇ। ਉਹਨਾਂ ਦਾ ਕਹਿਣਾ ਕਿ ਇਹ ਪੂਰਾ ਜਿਹੜਾ ਘਟਨਾਕ੍ਰਮ ਹੁੰਦਾ ਉਸ ਦੇ ਨਾਲ ਇਸ ਨੂੰ ਨਹੀਂ ਜੋੜ ਕੇ ਵੇਖਣਾ ਚਾਹੀਦਾ। ਦੇਖੋ, ਬੜੀ ਮੰਦਭਾਗੀ ਗੱਲ ਆ ਅਗਰ ਇਹੋ ਜਿਹਾ ਲੋਕਾਂ ਨੂੰ ਗੁੰਮਰਾਹ ਕਰਦੇ ਔਰ ਲੋਕਾਂ ਨੂੰ ਬੇਵਕੂਫ ਸਮਝਦੇ ਆ ਵੀ ਇਹਨੂੰ ਘਟਨਾਕ੍ਰਮ ਨੂੰ ਕਿਵੇਂ ਨਾ ਜੋੜ ਕੇ ਵੇਖਿਆ ਜਾਵੇ। ਅਸਤੀਫਾ ਉਸ ਘਟਨਾਕ੍ਰਮ ਤੋਂ ਬਾਅਦ ਹੁੰਦਾ
ਤੇ ਇਹ ਮਤਲਬ ਲੋਕਾਂ ਨੂੰ ਇੰਨਾ ਬੇਵਕੂਫ ਸਮਝਦੇ ਆ ਵੀ ਆਪਣਾ ਇਸ ਘਟਨਾਕ੍ਰਮ ਦੇ ਨਾਲ ਨਾ ਜੋੜ ਕੇ ਵੇਖੀਏ। ਹਰ ਵਾਰ ਲੋਕਾਂ ਨੂੰ ਪਤਾ ਨਹੀਂ ਕਿਉਂ ਸੱਚੀਆਂ ਗੱਲਾਂ ਨਹੀਂ ਕਹਿੰਦੇ ਵੀ ਸਾਡਾ ਫੇਲੀਅਰ ਆ, ਵੀ ਸਾਡੇ ਮੰਤਰੀ ਦਾ ਕੰਡਕਟ ਜਿਹੜਾ ਸੀ ਨਹੀਂ ਠੀਕ ਸੀ। ਤੁਸੀਂ ਦੇਖੋ, ਕਿਸੇ ਦੀ ਗਲਤੀ ਆ ਉਹਨੂੰ ਗਲਤ ਕਹੋ, ਲੇਕਿਨ ਕਿਸੇ ਨੂੰ ਜਲੀਲ ਨਾ ਕਰੋ ਨਾ ਪਬਲਿਕਲੀ ਕੈਮਰਿਆਂ ਦੇ ਉੱਤੇ ਸਿਰਫ ਆਪਣੀ ਵਾਹਵਾਹੀ ਖੱਟਣ ਨੂੰ। ਹਰ ਬੰਦੇ ਦੇ ਕੋਲ ਸੈਲਫ ਰਿਸਪੈਕਟ ਆ, ਔਰ ਜਿਹੜੇ ਖਾਸ ਤੌਰ ਤੇ ਇਹੋ ਜਿਹੇ ਨਾਮੀ ਬੰਦੇ ਹੁੰਦੇ ਆ ਉਹਨਾਂ ਨੂੰ ਆਪਣੀ ਇੱਜ਼ਤ ਸਭ ਤੋਂ ਵੱਧ ਪਿਆਰੀ ਆ। ਇਹ ਜਿਹੜੇ ਤਰੀਕੇ ਦੇ ਨਾਲ ਇਹਨਾਂ ਦੇ ਹੈਲਥ ਮਿਨਿਸਟਰ ਦਾ ਕੰਡਕਟ ਸੀ, ਮਤਲਬ ਇੱਕ ਤਰ੍ਹਾਂ ਤੋਂ ਬੜੀ ਮਤਲਬ ਇੱਕ ਨੋਟ ਮਤਲਬ ਇਹ ਸਹੀ ਨਹੀਂ ਹੈ ਐਜ਼ ਅ ਹੈਲਥ ਮਿਨਿਸਟਰ ਇਹੋ ਜਿਹਾ ਕੰਡਕਟ ਰੱਖਣਾ। ਮਤਲਬ ਇਹ ਸ਼ੋਭਾ ਨਹੀਂ ਦਿੰਦਾ, ਮੰਤਰੀ ਦਾ ਲੈਵਲ ਨਹੀਂ ਆ ਵੀ ਇਸ ਤਰੀਕੇ ਦੀ ਭਾਸ਼ਾ ਵਰਤਣੀ ਔਰ ਇਸ ਤਰੀਕੇ ਦੇ ਹਰਕਤਾਂ ਕਰਨੀਆਂ। ਸੋ ਇਹ ਆਮ ਆਦਮੀ ਪਾਰਟੀ ਜੋ ਮਰਜ਼ੀ ਕਹੀ ਜਾਵੇ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਔਰ ਇਹੋ ਜਿਹੇ ਬੰਦੇ ਅਗਰ ਪੰਜਾਬ ਤੋਂ ਬਾਹਰ ਜਾਣ ਲੱਗ ਪਏ ਤੇ ਹੋਰ ਨੁਕਸਾਨ ਹੋਊਗਾ ਪੰਜਾਬ ਨੂੰ। ਹਾਂ, ਠੀਕ ਹੈ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਬਰਿੰਦਰ ਸਿੰਘ ਢਿੱਲੋਂ ਜਿਹੜੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਸਰਕਾਰ ਦੇ ਇਸ ਫੈਸਲੇ ਤੇ ਸਵਾਲ ਖੜੇ ਕੀਤੇ ਗਏ ਨੇ। ਦਰਅਸਲ ਡਾਕਟਰ ਰਾਜ ਬਹਾਦਰ ਜਿਹੜੇ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਸਨ, ਜਿਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਪਿਛਲੇ ਦਿਨੀ ਇਹ ਪੂਰਾ ਘਟਨਾਕ੍ਰਮ ਹੁੰਦਾ ਹੈ। ਤੁਹਾਨੂੰ ਉਸ ਵੇਲੇ ਦੀਆਂ ਅਸੀਂ ਫਾਈਲ ਤਸਵੀਰਾਂ ਵਿਖਾ ਰਹੇ ਹਾਂ ਜਦੋਂ ਚੇਤਨ ਸਿੰਘ ਜੋੜਾ ਮਾਜਰਾ ਫਰੀਦਕੋਟ ਦੇ ਮੈਡੀਕਲ ਹਸਪਤਾਲ ਦੇ ਵਿੱਚ ਪਹੁੰਚਦੇ ਨੇ। ਗੰਦੇ ਗੱਦੇ ਵੇਖ ਕੇ ਉਹਨਾਂ ਦੇ ਵੱਲੋਂ ਤਤਕਾਲੀ ਵੀਸੀ ਨੂੰ ਝਾੜ ਲਗਾਈ ਜਾਂਦੀ ਹੈ, ਉਹਨਾਂ ਨੂੰ ਬੈੱਡ ਤੇ ਲੇਟਣ ਦੇ ਲਈ ਕਿਹਾ ਜਾਂਦਾ। ਉਸ ਤੋਂ ਬਾਅਦ 'ਚ ਮੁੱਦਾ ਗਰਮਾਉਂਦਾ ਹੈ, ਵਿਰੋਧੀ ਪਾਰਟੀਆਂ ਵੱਲੋਂ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ। ਅਲੱਗ-ਅਲੱਗ ਜਿਹੜੀਆਂ ਮੈਡੀਕਲ ਐਸੋਸੀਏਸ਼ਨ ਨੇ, ਡਾਕਟਰਾਂ ਦੀ ਐਸੋਸੀਏਸ਼ਨ ਨੇ, ਉਹਨਾਂ ਦੇ ਵੱਲੋਂ ਵੀ ਸਿਹਤ ਮੰਤਰੀ ਦੇ ਵਤੀਰੇ ਨੂੰ ਲੈ ਕੇ ਸਵਾਲ ਖੜੇ ਕੀਤੇ ਜਾਂਦੇ ਨੇ। ਪਰ ਇਸ ਦੇ ਵਿਚਾਲੇ ਕਿਉਂਕਿ ਕਾਫੀ ਦਿਨ ਹੋ ਗਏ ਸਨ, ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਆਖਿਰਕਾਰ ਅਸਤੀਫਾ ਮਨਜ਼ੂਰ ਹੁੰਦਾ ਹੈ ਜਾਂ ਨਹੀਂ, ਜਾਂ ਕੀ ਡਾਕਟਰ ਰਾਜ ਬਹਾਦਰ ਮੁੜ ਤੋਂ ਆਪਣੀਆਂ ਸੇਵਾਵਾਂ ਨੂੰ ਕੰਟੀਨਿਊ ਕਰਦੇ ਨੇ ਜਾਂ ਨਹੀਂ। ਪਰ ਅੱਜ ਇਹ ਖਬਰ ਸਾਹਮਣੇ ਆ ਚੁੱਕੀ ਹੈ, ਬਿਲਕੁਲ ਸਾਫ਼ ਹੋ ਚੁੱਕਾ ਹੈ ਕਿ ਸੀਐਮ ਮਾਨ ਦੇ ਵੱਲੋਂ ਡਾਕਟਰ ਰਾਜ ਬਹਾਦਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤੇ ਇਹ ਵੀ ਉਮੀਦ ਹੈ ਕਿ ਬਹੁਤ ਜਲਦ ਨਵਾਂ ਵੀਸੀ ਵੀ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲ ਜਾਵੇਗਾ। ਸੋ ਤਰ੍ਹਾਂ ਦੀਆਂ ਹੁਣ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਵਿਰੋਧੀ ਪਾਰਟੀਆਂ ਦੇ ਵੱਲੋਂ ਸਰਕਾਰ ਦੇ ਇਸ ਕਦਮ ਨੂੰ ਲੈ ਕੇ ਵੀ ਹੁਣ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਵੀ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਮੁੱਦੇ ਤੇ ਸਿਆਸਤ ਜਿਹੜੀ ਭਖਦੀ ਹੋਈ ਨਜ਼ਰ ਆਵੇ। ਹਾਲਾਂਕਿ ਆਮ ਆਦਮੀ ਪਾਰਟੀ ਦਾ ਇਹ ਤਰਕ ਹੈ ਕਿ ਡਾਕਟਰ ਰਾਜ ਬਹਾਦਰ ਵੀਸੀ ਦੇ ਅਹੁਦੇ ਤੇ ਪਹਿਲਾਂ ਹੀ 2 ਵਾਰ ਐਕਸਟੈਂਸ਼ਨ ਲੈ ਚੁੱਕੇ ਸਨ। ਉਹਦੇ ਵੱਲੋਂ ਖੁਦ ਇੱਛਾ ਜਤਾਈ ਜਾ ਰਹੀ ਸੀ ਕਿ ਹੁਣ ਇਸ ਅਹੁਦੇ ਤੋਂ ਸੇਵਾ ਮੁਕਤ ਹੋਣਾ ਚਾਹੁੰਦੇ ਨੇ ਤੇ ਨਾਲ ਹੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਸ ਅਸਤੀਫੇ ਨੂੰ ਜਾਂ ਅਸਤੀਫਾ ਸਵੀਕਾਰ ਕਰਨ ਦੇ ਫੈਸਲੇ ਨੂੰ ਇਸ ਪੂਰੇ ਘਟਨਾਕ੍ਰਮ ਦੇ ਨਾਲ ਜੋੜ ਕੇ ਨਾ ਵੇਖਿਆ ਜਾਵੇ। ਤੁਹਾਨੂੰ ਨਾਲ ਹੀ ਉਸਦੇ ਫਾਈਲ ਤਸਵੀਰਾਂ ਵਿਖਾ ਰਹੇ ਹਾਂ ਕਿ ਜੋ ਕਿ ਜਦੋਂ ਘਟਨਾਕ੍ਰਮ ਹੁੰਦਾ ਹੈ ਅਗਲੇ ਦਿਨ ਹੀ ਮੋਹਾਲੀ ਜਿਹੜਾ ਸਪਾਈਨਲ ਸੈਂਟਰ ਹੈ ਉੱਥੇ ਹਫ਼ਤੇ ਦੇ ਵਿੱਚ ਇੱਕ ਦਿਨ ਡਾਕਟਰ ਰਾਜ ਬਹਾਦਰ ਆਉਂਦੇ ਨੇ, ਮਰੀਜ਼ਾਂ ਨੂੰ ਦੇਖਦੇ ਨੇ, ਆਪਰੇਸ਼ਨ ਕਰਦੇ ਨੇ ਤੇ ਉਸ ਦਿਨ ਜਦੋਂ ਉੱਥੇ ਪਹੁੰਚੇ ਸਨ ਮੀਡੀਆ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਵੀ ਕੀਤੀ ਗਈ। ਉਸ ਵੇਲੇ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਉੱਥੇ ਪਹੁੰਚੇ ਸਨ, ਹੋਰ ਵੀ ਕਈ ਸਿਆਸੀ ਆਗੂ ਪਹੁੰਚੇ ਸਨ ਤੇ ਜਦੋਂ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਸਿਆਸੀ ਆਗੂਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ, ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਸਨ, ਭਾਵੁਕ ਹੁੰਦੇ ਹੋਏ ਨਜ਼ਰ ਆਏ। ਡਾਕਟਰ ਰਾਜ ਬਹਾਦਰ ਦੇ ਵੱਲੋਂ ਸਿਹਤ ਮੰਤਰੀ ਦੇ ਵਤੀਰੇ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਜਿਹਾ ਉਸ ਮੌਕੇ ਨਹੀਂ ਸੀ ਕਰਨਾ ਚਾਹੀਦਾ। ਲਗਾਤਾਰ ਉਸ ਵੇਲੇ ਜਿਹੜੀ ਸਿਆਸਤ ਗਰਮਾਈ, ਉਸ ਤੋਂ ਬਾਅਦ 'ਚ ਇਸੇ ਮੁੱਦੇ ਨੂੰ ਆਧਾਰ ਬਣਾਉਂਦੇ ਹੋਏ ਵਿਰੋਧੀ ਪਾਰਟੀਆਂ ਵੱਲੋਂ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ। ਫਿਰ ਸੀਐਮ ਮਾਨ ਦਾ ਬਿਆਨ ਵੀ ਸਾਹਮਣੇ, ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਰਾਜ ਬਹਾਦਰ ਦੇ ਨਾਲ ਉਹਨਾਂ ਦਾ ਬੜਾ ਪੁਰਾਣਾ ਨਾਤਾ ਹੈ, ਉਹਨਾਂ ਦੇ ਪੁਰਾਣੇ ਦੋਸਤ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਹਾਲਾਂਕਿ ਸਵਾਲ ਬਣਿਆ ਹੋਇਆ ਸੀਗਾ ਕਿ ਆਖਿਰਕਾਰ ਇਸ ਅਸਤੀਫੇ ਨੂੰ ਲੈ ਕੇ ਸਰਕਾਰ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ। ਪਰ ਅੱਜ ਇਹ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ, ਡਾਕਟਰ ਰਾਜ ਬਹਾਦਰ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ। ਯਾਨੀ ਸਾਫ਼ ਹੈ ਕਿ ਹੁਣ ਡਾਕਟਰ ਰਾਜ ਬਹਾਦਰ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਵੀਸੀ ਹੋ ਚੁੱਕੇ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਆਖਿਰਕਾਰ ਇਹ ਵੱਡੀ ਜ਼ਿੰਮੇਵਾਰੀ ਹੁਣ ਸਰਕਾਰ ਦੇ ਵੱਲੋਂ ਹੋਰ ਕਿਸ ਨੂੰ ਦਿੱਤੀ ਜਾਂਦੀ ਹੈ। ਪਰ ਜਿਹੜਾ ਸਰਕਾਰ ਦੇ ਵੱਲੋਂ ਅਸਤੀਫਾ ਮਨਜ਼ੂਰ ਕੀਤਾ ਗਿਆ, ਇਸ ਨੂੰ ਲੈ ਕੇ ਵੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਜਿਵੇਂ ਕਿ ਪਹਿਲਾਂ ਸਾਡੇ ਨਾਲ ਬੀਜੇਪੀ ਆਗੂ ਤੇ ਸਾਬਕਾ ਸਿਹਤ ਮੰਤਰੀ ਸੁਰਜੀਤ ਜਾਨੀ ਜੁੜੇ ਸਨ, ਉਹਨਾਂ ਵੱਲੋਂ ਵੀ ਸਵਾਲ ਖੜੇ ਕੀਤੇ ਗਏ ਸਨ। ਉਸ ਤੋਂ ਬਾਅਦ 'ਚ ਬਰਿੰਦਰ ਢਿੱਲੋਂ ਦੇ ਵੱਲੋਂ ਵੀ ਇਸ ਫੈਸਲੇ ਤੇ ਸਵਾਲ ਖੜੇ ਕੀਤੇ ਗਏ। ਸਾਡੇ ਨਾਲ ਬਾਬਾ ਫਰੀਦ ਯੂਨੀਵਰਸਿਟੀ ਦੇ ਹੀ ਸਾਬਕਾ ਰਜਿਸਟਰਾਰ ਤੇ ਸਿਹਤ ਮਾਹਿਰ ਡਾਕਟਰ ਪਿਆਰੇ ਲਾਲ ਗਰਗ ਜੁੜੇ ਹੋਏ ਨੇ। ਗਰਗ ਸਾਹਿਬ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਕਿਵੇਂ ਵੇਖਦੇ ਹੋ ਸਰਕਾਰ ਦੇ ਇਸ ਫੈਸਲੇ ਨੂੰ? ਸਰਕਾਰ ਦੇ ਵੱਲੋਂ ਸੀਐਮ ਮਾਨ ਦੇ ਵੱਲੋਂ ਡਾਕਟਰ ਰਾਜ ਬਹਾਦਰ ਦੇ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਤੁਸੀਂ ਖੁਦ ਉਸ ਯੂਨੀਵਰਸਿਟੀ ਦਾ, ਉਸ ਅਦਾਰੇ ਦਾ ਹਿੱਸਾ ਰਹੇ ਹੋ, ਉੱਥੇ ਤੁਸੀਂ ਰਜਿਸਟਰਾਰ ਵੀ ਰਹਿ ਚੁੱਕੇ ਹੋ ਤੇ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ? ਸ਼ੁਕਰੀਆ ਜੀ, ਬਹੁਤ ਬਹੁਤ ਪਹਿਲਾਂ ਤਾਂ ਇਹ ਠੀਕ ਹੋਇਆ, ਅਸਤੀਫਾ ਮਨਜ਼ੂਰ ਹੋਣਾ ਹੀ ਚਾਹੀਦਾ ਸੀ। ਰਾਜ ਬਹਾਦਰ ਜੀ ਨੇ ਜਾਣਾ ਹੀ ਨਹੀਂ ਸੀ, ਬੇਸ਼ੱਕ ਇਹਨਾਂ ਨੇ ਕਹਿ ਦਿੱਤਾ ਸੀ। ਕੱਲ ਹੀ ਮੇਰੀ ਬੜੀ ਲੰਬੀ ਗੱਲ ਕਿਸੇ ਨਾਲ ਹੋ ਰਹੀ ਸੀ, ਜਿਹੜੇ ਉੱਥੇ ਧਰਨਾ ਮਾਰਨ ਵਾਲੇ ਨੇ ਉਹ ਕਹਿ ਰਹੇ ਸੀ, ਮੈਂ ਕਿਹਾ ਉਹਨੂੰ ਜੁਆਇਨ ਹੀ ਨਹੀਂ ਕਰਨਾ। ਕਹਿੰਦੇ ਜੀ ਉਹ ਵੀ ਸ਼ਾਇਦ ਇਹ ਵਾਪਸ ਹੋ ਜੂਗਾ, ਅਸਤੀਫਾ ਬਥੇਰਾ ਜੋੜ ਪਾਇਆ ਹੋਇਆ ਉਹਨਾਂ ਦੇ ਲੋਕਾਂ ਨੇ। ਮੈਂ ਕਿਹਾ ਇਹ ਉਹਨੂੰ ਆਉਣਾ ਹੀ ਨਹੀਂ ਚਾਹੀਦਾ, ਬਾਈ ਹੋਰ ਦੁਬਾਰਾ ਬੇਇੱਜ਼ਤੀ ਕਰਾ ਕੇ ਜਾਏਗਾ। ਜਿਹੜਾ ਤੌਰ ਤਰੀਕਾ ਮੰਤਰੀ ਨੇ ਵਰਤਿਆ ਤੇ ਉਹ ਤੌਰ ਤਰੀਕਾ ਗਲਤ ਸੀ। ਔਰ ਅਸਤੀਫਾ ਜਿਹੜਾ ਵਹਾਂ ਬਣਾਈਆਂ ਗਈਆਂ ਇਹ ਵਾਪਸ ਲੈ ਲਏਗਾ ਤੇ ਮੈਂ ਤਾਂ ਕਿਤੇ ਮੈਨੂੰ ਹੋਰ ਵੀ ਆ ਸੀ, ਮੈਂ ਤਾਂ ਹਰ ਜਗ੍ਹਾ ਕਹਿੰਦਾ ਸੀ ਵਾਪਸ ਲੈਣ ਦਾ ਮਤਲਬ ਕੋਈ ਨਹੀਂ। ਜਿੰਨੀ ਉਹਦੀ ਬੇਇੱਜ਼ਤੀ ਕਰਤੀ ਤੇ ਐਡੇ ਵੱਡੇ ਡਾਕਟਰ ਵੀ ਉਹ 100 ਕਸੂਰ ਹੋਏਗਾ, ਮੈਂ ਇਹ ਨਹੀਂ ਕਹਿੰਦਾ ਕਸੂਰਵਾਰ ਨਹੀਂ ਹੈ।
ਜੀ। ਤੇ ਮੈਨੂੰ ਪਤਾ ਕਿ ਉਹ ਯੂਨੀਵਰਸਿਟੀ ਚ ਐਡੀਟਰ ਸੀ, ਗਲਤੀਆਂ ਬਹੁਤ ਹੋ ਰਹੀਆਂ ਸੀ, ਇਹ 'ਚ ਕੋਈ ਚੱਕਰ ਨਹੀਂ ਹੈ। ਸਵਾਲ ਇਹ ਉਹਦਾ ਇੱਕ ਵਿਧੀ ਵਿਧਾਨ ਹੈ, ਉਹ ਵਿਧੀ ਵਿਧਾਨ ਇਸੇ ਕਰਕੇ ਤੈਅ ਕਰਿਆ ਵੀ ਜੇ ਤੁਹਾਨੂੰ ਕੋਈ ਬੰਦਾ ਗਲਤ ਲੱਗਦਾ ਹੈ ਤੁਹਾਨੂੰ ਸਜ਼ਾ ਕਿਵੇਂ ਦੇਣੀ ਹੈ। ਇਹ ਥੋੜਾ ਵੀ ਜੇ ਤੁਸੀਂ ਚੱਕ ਕੇ ਗੋਲੀ ਮਾਰ ਦੋਗੇ ਬੰਦੇ ਦੇ ਕਿਉਂਕਿ ਤੁਸੀਂ ਪੁਲਿਸ ਚੋਂ। ਜੀ ਫਿਰ ਉਹ ਤਰੀਕਾ ਜਿਹੜਾ ਸੀ ਉਹ ਗਲਤ ਸੀ ਤੇ ਰਾਜ ਬਹਾਦਰ ਜੀ ਨੇ ਠੀਕ ਕਰਿਆ। ਇਹ ਨਾ ਕਹੀਏ ਸੀ ਅਸਤੀਫਾ ਮਨਜ਼ੂਰ ਹੋ ਗਿਆ, ਇਹ ਕਹੀਏ ਕਿ ਅਸਤੀਫਾ ਮਨਜ਼ੂਰ ਕਰ ਲਿਆ, ਹੋ ਗਿਆ ਹੋਰ ਚੀਜ਼ ਹੁੰਦੀ ਹੈ। ਕਰ ਲਿਆ ਦਾ ਮਤਲਬ ਹੈ ਉਹ ਇਸ ਗੱਲ ਦੇ ਉੱਤੇ ਸਟੈਂਡ ਲਿਆ ਰਾਜ ਬਹਾਦਰ ਨੇ ਕਿ ਹੁਣ ਨਹੀਂ ਮੈਂ ਜਾਣਾ, ਕਿ ਆਪਣੇ ਜਿਹੜੇ ਲਾਉਣਾ ਚਾਹੁੰਦੇ ਨੇ ਕੋਈ ਇਹਨਾਂ ਦੇ ਮਨ ਚ ਹੋਊਗਾ ਹੋਰ ਹੋਊਗਾ ਲਾ ਲੈਣ। ਅੱਛਾ ਗੈਂਗ ਸਾਹਿਬ, ਸਾਡੇ ਨਾਲ ਹੋਰ ਸਿਆਸੀ ਆਗੂ ਵੀ ਜੁੜੇ, ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਮਲਵਿੰਦਰ ਕੰਗ ਵੀ ਜੁੜੇ। ਉਹਨਾਂ ਦੇ ਵੱਲੋਂ ਹਾਲਾਂਕਿ ਇਹ ਤਰਕ ਦਿੱਤਾ ਗਿਆ ਕਿ ਡਾਕਟਰ ਰਾਜ ਬਹਾਦਰ ਦੇ ਵੱਲੋਂ ਲਗਾਤਾਰ ਖੁਦ ਵੱਲੋਂ ਇੱਛਾ ਜਤਾਈ ਜਾ ਰਹੀ ਸੀ ਕਿ ਹੁਣ ਸੇਵਾ ਮੁਕਤ ਹੋਣਾ ਚਾਹੁੰਦੇ ਨੇ ਇਸ ਅਹੁਦੇ ਤੋਂ ਤੇ ਕਿਸੇ ਹੋਰ ਨੂੰ ਲਗਾਇਆ ਜਾਵੇ, ਕਿਉਂਕਿ 2 ਵਾਰ ਪਹਿਲਾਂ ਐਕਸਟੈਂਸ਼ਨ ਲੈ ਚੁੱਕੇ ਨੇ। ਆਮ ਆਦਮੀ ਪਾਰਟੀ ਦਾ ਤਰਕ ਹੈ ਤੇ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਘਟਨਾਕ੍ਰਮ ਹੁੰਦਾ ਹੈ ਇਸ ਅਸਤੀਫੇ ਨੂੰ, ਅਸਤੀਫਾ ਮਨਜ਼ੂਰ ਕਰਨ ਦੇ ਫੈਸਲੇ ਨੂੰ ਇਸ ਘਟਨਾਕ੍ਰਮ ਦੇ ਨਾਲ ਜੋੜ ਕੇ ਨਾ ਵੇਖਿਆ ਜਾਵੇ। ਹੋਰ ਕਾਹਦੇ ਨਾਲ ਜੋੜ ਕੇ ਦੇਖਿਆ ਜਾਣਾ, ਉਹ ਤਾਂ ਕੰਮ ਹੀ ਕਰ ਰਹੇ ਸੀਗੇ। ਕੰਗ ਸਾਹਿਬ ਕਹਿ ਰਹੇ ਨੇ, ਕੰਗ ਸਾਹਿਬ ਦਾ ਇਹ ਗੱਲ ਤਾਂ ਠੀਕ ਹੈ ਵੀ ਰਾਜ ਬਹਾਦਰ ਨੇ ਕਿਹਾ ਵੀ ਹੁਣ ਨਹੀਂ ਮੈਂ ਕੰਮ ਕਰਨਾ, ਇਹ ਤਾਂ ਗੱਲ ਸੱਚੀ ਹੈ ਔਰ ਉਹਨਾਂ ਦੀ ਗ੍ਰੇਸ ਹੈ ਇਹ, ਉਹਨਾਂ ਨੇ ਕਿਹਾ। ਪਰ ਉਹਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ, ਹੋਰ ਕਾਹਦੇ ਨਾਲ ਜੋੜ ਕੇ ਦੇਖਿਆ ਜਾਵੇ। ਜੇ ਉਹਨਾਂ ਨੇ ਅਸਤੀਫਾ ਏਦਾਂ ਹੀ ਆਪ ਹੀ ਦੇਣਾ ਹੁੰਦਾ ਫਿਰ ਪਹਿਲਾਂ ਹੀ ਦੇ ਦਿੰਦੇ। तो इस करके नहीं है करता कर्म करके होया वो ठीक है पोलिटिकल पार्टी है कांग्रेस साहब हमेशा ठीक बोलते हैं कोशिश करते हैं अपनी पार्टी को डिफेंड करने की और उन्होंने ड्यूटी है डिफेंड करना पर ਇਹਦਾ ਮਤਲਬ ਇਹ ਨਹੀਂ ਹੈ ਵੀ ਉਹਨਾਂ ਦੇ ਡਿਫੈਂਡ ਕਰਨ ਨਾਲ ਸੱਚ ਹੈ ਜਿਹੜਾ ਉਹ ਟਕਿਆ ਜਾਂਦਾ ਹੈ। ਅੱਛਾ ਗੱਲ ਸਾਹਿਬ ਸਾਡੇ ਨਾਲ ਹੋਰ ਵੀ ਸਿਆਸੀ ਆਗੂ ਜਿਹੜੇ ਉਹਨਾਂ ਦੇ ਵੱਲੋਂ ਲਗਾਤਾਰ ਸਰਕਾਰ ਦੇ ਇਸ ਫੈਸਲੇ ਤੇ ਹੁਣ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ। ਉਹਦਾ ਇਹ ਕਹਿਣਾ ਹੈ ਕਿ ਅਸਤੀਫਾ ਮਨਜ਼ੂਰ ਨਹੀਂ ਸੀ ਹੋਣਾ ਚਾਹੀਦਾ, ਕੋਈ ਹੋਰ ਰਸਤਾ ਜਿਹੜਾ ਉਹ ਕੱਢਣਾ ਚਾਹੀਦਾ ਸੀ। ਨਾਲ ਹੀ ਜਿਹੜੇ ਸਾਬਕਾ ਸਿਹਤ ਮੰਤਰੀ ਸੁਰਜੀਤ ਜਿਆਣੀ ਉਹਨਾਂ ਨੇ ਇਹ ਵੀ ਸਵਾਲ ਕੀਤਾ ਹੈ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਡਾਕਟਰ ਰਾਜ ਬਹਾਦਰ ਮੋਹਾਲੀ ਸਪਾਈਨਲ ਸੈਂਟਰ ਦੇ ਵਿੱਚ ਇੱਕ ਦਿਨ ਬੈਠਦੇ ਸੀ। ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਸਪਾਈਨਲ ਸੈਂਟਰ ਕਿਵੇਂ ਚੱਲੇਗਾ। नहीं स्पाइनल सेंटर वो बतौर वाइस चांसलर नहीं बैठ रही। स्पाइनल सेंटर कितनी देर तो चला रहे ने हुण भी चला सकते ने ਉਹਦਾ ਕੀ ਹੈ। ਸਪਾਈਨਲ ਸੈਂਟਰ ਤੇ ਵਾਈਸ ਇਹਦਾ ਮਤਲਬ ਗਿਆਨੀ ਸਾਹਿਬ ਨੇ ਇਹ ਗੱਲ ਨੂੰ ਨਹੀਂ ਦੇਖਿਆ ਧਿਆਨ ਨਾਲ ਕਿ ਉਹਨਾਂ ਦੇ ਵਾਈਸ ਚਾਂਸਲਰ ਉਹ ਤਾਂ ਪਹਿਲਾਂ ਹੀ ਸਪਾਈਨਲ ਸੈਂਟਰ ਚਲਾ ਰਹੇ ਸੀ ਜਦ ਵਾਈਸ ਚਾਂਸਲਰ ਲੱਗੇ ਨੇ ਜੀ। ਉਹ ਮੁਫਤ ਕੰਮ ਕਰ ਰਹੇ ਨੇ ਉੱਥੇ, ਉਸ ਦਾ ਕੋਈ ਪੈਸਾ ਨਹੀਂ ਦਿੰਦੇ, ਕੰਪੀਟੈਂਟ ਸਰਜਨ ਨੇ ਤੇ ਉਹ ਚਲਾਈ ਜਾਣਗੇ। ਜੇ ਸਰਕਾਰ ਨੂੰ ਉਹ ਵੀ ਮਨਜ਼ੂਰ ਨਹੀਂ ਹੋਊਗਾ ਤਾਂ ਉਹ ਛੱਡ ਦੇਣਗੇ। ਜੇ ਸਰਕਾਰ ਨੂੰ ਇਹ ਵੀ ਹੋਊਗਾ ਵੀ ਅਸੀਂ ਸਪਾਈਨ ਸਰਜਨ ਕੋਈ ਹੈ ਨਹੀਂ ਪੰਜਾਬ 'ਚ ਇਹਨਾਂ ਕੋਲੇ ਜੀ ਜਿਹੜਾ ਆ ਕੇ ਏਦਾਂ ਕੰਮ ਕਰਕੇ ਫਿਰ ਪਤਾ ਨਹੀਂ ਕਿੰਨਾ ਪੈਸਾ ਲੱਗੇ ਫਿਰ ਕਿੰਨਾ ਕੰਮ ਹੁੰਦਾ। ਤੇ ਜੇ ਉਹ ਰਾਜ ਬਹਾਦਰ ਜੀ ਪਹਿਲਾਂ ਕੰਮ ਕਰਦੇ ਸੀ ਉਹਦਾ ਵਾਈਸ ਚਾਂਸਲਰ ਕੋਈ ਤਾਲੁਕ ਨਹੀਂ ਆਪਸ ਵਿੱਚ, ਸਪਾਈਨਲ ਸੈਂਟਰ ਦਾ ਤੇ ਵਾਈਸ ਚਾਂਸਲਰਸ਼ਿਪ ਦਾ ਕੋਈ ਤਾਲੁਕ ਨਹੀਂ। ਜੀ ਠੀਕ ਹੈ ਗਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਸੋ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਸਿਆਸੀ ਆਗੂਆਂ ਦੇ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਦਰਅਸਲ ਡਾਕਟਰ ਰਾਜ ਬਹਾਦਰ ਹੁਣ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਵੀਸੀ ਹੋ ਚੁੱਕੇ ਨੇ। ਡਾਕਟਰ ਰਾਜ ਬਹਾਦਰ ਦਾ ਅਸਤੀਫਾ ਸਰਕਾਰ ਨੇ ਮਨਜ਼ੂਰ ਕਰ ਲਿਆ। ਫਿਲਹਾਲ ਇੱਥੇ ਰੁਕ ਰਹੇ ਛੋਟੀ ਜਿਹੀ ਬ੍ਰੇਕ ਲਈ, ਜਲਦ ਹਾਜ਼ਰ ਹੋਣੇ ਬ੍ਰੇਕ ਤੋਂ ਬਾਅਦ।